ਸਤਿ ਸ਼੍ਰੀ ਅਕਾਲ ਜੀ। ਮੈਂ ਬਹੁਤ ਗਰੀਬ ਸੀ। ਇੱਕ ਦਿਨ ਮੇਰੀ ਪਤਨੀ ਜਿੱਦ ਕਰਨ ਲੱਗੀ ਕਿ ਮੈਨੂੰ 20,000 ਦੀ ਸ਼ਾਪਿੰਗ ਕਰਵਾਓ। ਮੈਂ ਗੁੱਸੇ ਵਿੱਚ ਉਸ ਨੂੰ ਤਲਾਕ ਦੇ ਦਿੱਤਾ। ਉਹ ਦੁਕਾਨਦਾਰ ਸਾਰਾ ਤਮਾਸ਼ਾ ਵੇਖ ਰਿਹਾ ਸੀ। ਉਹ ਸਾਡੇ ਘਰ ਆਇਆ ਤੇ ਕਹਿਣ ਲੱਗਾ ਕਿ ਮੈਂ ਤੇਰੀ ਪਤਨੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਤੇ ਉਸ ਨੂੰ ਖੋਣਾ ਨਹੀਂ ਸੀ ਚਾਹੁੰਦਾ। ਮੈਂ ਮਜਬੂਰ ਹੋ ਕੇ ਆਪਣੀ ਪਤਨੀ ਦਾ ਵਿਆਹ ਉਸ ਦੁਕਾਨਦਾਰ ਨਾਲ ਕਰ ਦਿੱਤਾ। ਜਦੋਂ ਅਗਲੇ ਦਿਨ ਮੈਂ ਆਪਣੀ ਪਤਨੀ ਨੂੰ ਵਾਪਸ ਲੈਣ ਗਿਆ ਤਾਂ ਉੱਥੇ ਆਪਣੀ ਪਤਨੀ ਨੂੰ ਵੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਸਾਲ ਦਾ ਆਖਰੀ ਮਹੀਨਾ ਚੱਲ ਰਿਹਾ ਸੀ ਮੇਰੇ ਕੋਲ। ਮੈਂ ਬਹੁਤ ਪਰੇਸ਼ਾਨ ਸੀ। ਇੰਨੇ ਪੈਸੇ ਨਹੀਂ ਸੀ ਕਿ ਮੈਂ ਆਪਣੀ ਪਤਨੀ ਨੂੰ ਨਵੇਂ ਸਾਲ ਦੀ ਸ਼ਾਪਿੰਗ ਕਰਾ ਸਕਾਂ। ਮੇਰੀ ਪਤਨੀ ਬਹੁਤ ਜ਼ਿਆਦਾ ਜਿੱਦੀ ਸੀ। ਉਹ ਹਰ ਚੀਜ਼ ਲਈ ਬਹੁਤ ਜਿੱਦ ਕਰਦੀ ਸੀ। ਉਸ ਨੂੰ ਸ਼ਾਪਿੰਗ ਕਰਨ ਦਾ ਬਹੁਤ ਸ਼ੌਂਕ ਸੀ। ਅੱਜ ਵੀ ਉਹੀ ਇਸੇ ਤਰ੍ਹਾਂ ਜਿੱਦ ਕਰਨ ਲੱਗੀ ਕਿ ਮੈਨੂੰ ਸ਼ਾਪਿੰਗ ਕਰਵਾ ਕੇ ਲਿਆਓ। ਮੈਂ ਕੱਪੜੇ ਸਿਲਾਈ ਕਰਵਾਉਣੇ ਨੇ। ਮੈਂ ਤਾਂ ਪਹਿਲਾਂ ਹੀ ਪਰੇਸ਼ਾਨ ਸੀ। ਉਸ ਦੀ ਜਿੱਦ ਕਾਰਨ ਮੈਂ ਹੋਰ ਪਰੇਸ਼ਾਨ ਹੋ ਗਿਆ। ਮੈਂ ਉਸ ਨੂੰ ਸ਼ਾਪਿੰਗ ਦੇ ਲਈ ਬਾਜ਼ਾਰ ਲੈ ਗਿਆ। ਉਹ ਬਾਜ਼ਾਰ ਵਿੱਚ ਘੁੰਮਦੇ ਘੁਮਾਉਂਦੇ ਮੈਨੂੰ ਇੱਕ ਬਹੁਤ ਵੱਡੀ ਦੁਕਾਨ 'ਤੇ ਲੈ ਗਈ ਜਿੱਥੇ ਬਹੁਤ ਮਹਿੰਗੇ ਕੱਪੜੇ ਸੀ। ਮੇਰੀ ਪਤਨੀ ਕਹਿੰਦੀ ਕਿ ਮੈਂ ਵਿਆਹ ਤੋਂ ਪਹਿਲਾਂ ਵੀ ਇੱਥੋਂ ਹੀ ਕੱਪੜੇ ਖਰੀਦਦੀ ਸੀ। ਮੈਂ ਕਿਹਾ ਠੀਕ ਹੈ, ਪਰ ਬਹੁਤੇ ਮਹਿੰਗੇ ਕੱਪੜੇ ਨਾ ਖਰੀਦਣਾ। ਬਸ 2-3 ਹਜ਼ਾਰ ਦੇ ਹੀ ਕੱਪੜੇ ਖਰੀਦਣਾ। ਮੇਰੇ ਕੋਲ ਜ਼ਿਆਦਾ ਪੈਸੇ ਨਹੀਂ ਹਨ। ਪਰ ਮੇਰੀ ਪਤਨੀ ਨੇ ਮੇਰੀ ਗੱਲ 'ਤੇ ਧਿਆਨ ਹੀ ਨਾ ਦਿੱਤਾ। ਉਹ ਕੱਪੜੇ ਖਰੀਦਦੀ ਗਈ ਤੇ ਦੁਕਾਨਦਾਰ ਵੀ ਬੜੀ ਤਸੱਲੀ ਨਾਲ ਕੱਪੜੇ ਦਿਖਾ ਰਿਹਾ ਸੀ। ਉਸੇ ਦੁਕਾਨ ਦੀ ਨੁੱਕਰ ਵਿੱਚ ਇੱਕ ਆਦਮੀ ਬੈਠਾ ਸੀ ਜਿਸ ਨੇ ਮੈਲੇ ਕੁਚਾਲੇ ਕੱਪੜੇ ਪਾਏ ਹੋਏ ਸਨ। ਮੂੰਹ 'ਤੇ ਦਾੜੀ ਨਹੀਂ ਸੀ, ਪਰ ਉਮਰ ਤੋਂ ਬੁੱਢਾ ਲੱਗ ਰਿਹਾ ਸੀ। ਉਹ ਮੇਰੀ ਪਤਨੀ ਵੱਲ ਬੜੇ ਗੌਰ ਨਾਲ ਵੇਖ ਰਿਹਾ ਸੀ। ਉਸ ਆਦਮੀ ਨੂੰ ਵੇਖ ਕੇ ਇਵੇਂ ਲੱਗ ਰਿਹਾ ਸੀ ਜਿਵੇਂ ਉਹ ਮੇਰੀ ਪਤਨੀ ਨੂੰ ਪਹਿਲਾਂ ਤੋਂ ਹੀ ਜਾਣਦਾ ਹੋਵੇ। ਪਰ ਜਦੋਂ ਮੈਂ ਆਪਣੀ ਪਤਨੀ ਵੱਲ ਵੇਖਿਆ ਤਾਂ ਬਿਲਕੁਲ ਵੀ ਨਹੀਂ ਲੱਗ ਰਿਹਾ ਸੀ ਕਿ ਉਹ ਇਸ ਆਦਮੀ ਨੂੰ ਜਾਣਦੀ ਸੀ। ਉਸ ਆਦਮੀ ਦਾ ਮੇਰੀ ਪਤਨੀ ਨੂੰ ਇਸ ਤਰ੍ਹਾਂ ਵੇਖਣਾ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ। ਮੈਨੂੰ ਬਹੁਤ ਗੁੱਸਾ ਆ ਰਿਹਾ ਸੀ। ਇਸੇ ਲਈ ਮੈਂ ਆਪਣੀ ਪਤਨੀ ਨੂੰ ਇਸ਼ਾਰਾ ਕੀਤਾ ਕਿ ਹੁਣ ਸਾਨੂੰ ਇੱਥੋਂ ਜਾਣਾ ਚਾਹੀਦਾ ਹੈ। ਮੈਨੂੰ ਉਸ ਦੁਕਾਨ ਦਾ ਮਾਹੌਲ ਵੀ ਠੀਕ ਨਹੀਂ ਲੱਗ ਰਿਹਾ ਸੀ। ਪਰ ਮੇਰੀ ਪਤਨੀ ਤਾਂ ਬਹੁਤ ਜਿੱਦੀ ਸੀ। ਉਹ ਕਹਿਣ ਲੱਗੀ, ਮੈਂ ਇੱਥੋਂ ਹੀ ਕੱਪੜੇ ਖਰੀਦੂੰਗੀ, ਤੁਸੀਂ ਬਸ ਚੁੱਪਚਾਪ ਇੱਥੇ ਬੈਠੇ ਰਹੋ। ਦੁਕਾਨਦਾਰ ਮੇਰੇ ਵੱਲ ਵੇਖ ਰਿਹਾ ਸੀ। ਮੈਂ ਚੁੱਪਚਾਪ ਦੁਕਾਨ 'ਤੇ ਇੱਕ ਪਾਸੇ ਬੈਂਚ 'ਤੇ ਬਹਿ ਗਿਆ। ਇੰਨੇ ਨੂੰ ਮੇਰੇ ਆਫਿਸ ਵਿੱਚੋਂ ਫੋਨ ਆਉਣ ਲੱਗਾ। ਅੱਜ ਸ਼ਾਮ ਨੂੰ ਆਫਿਸ ਮੈਨੂੰ ਜਲਦੀ ਜਾਣਾ ਸੀ। ਇਸੇ ਲਈ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਹੁਣ ਬਸ ਕਰ, ਹੁਣ ਘਰ ਚੱਲੀਏ, ਮੈਂ ਆਫਿਸ ਵੀ ਜਾਣਾ ਆ। ਮੇਰੀ ਪਤਨੀ ਕਹਿਣ ਲੱਗੀ, ਠੀਕ ਹੈ, ਤੁਸੀਂ ਇਸ ਕੱਪੜਿਆਂ ਦਾ ਬਿੱਲ ਦੇ ਦੇਵੋ। ਜਦੋਂ ਮੈਂ ਕੱਪੜਿਆਂ ਦਾ ਬਿੱਲ ਵੇਖਿਆ ਤਾਂ ਮੇਰੇ ਤਾਂ ਪਸੀਨੇ ਛੁੱਟ ਗਏ। ਬਿੱਲ 20,000 ਦਾ ਸੀ। ਮੈਂ ਆਪਣੀ ਪਤਨੀ ਨੂੰ ਕਿਹਾ ਕਿ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਮੇਰੀ ਜੇਬ ਵਿੱਚ ਬਸ 5,000 ਰੁਪਏ ਆ। ਮੈਂ ਇੰਨਾ ਬਿੱਲ ਕਿੱਦਾਂ ਅਦਾ ਕਰਾਂਗਾ? ਮੈਂ ਆਪਣੀ ਪਤਨੀ ਨੂੰ ਕਿਹਾ ਕਿ ਸਾਰੇ ਕੱਪੜੇ ਵਾਪਸ ਕਰ ਦੇ। ਪਰ ਮੇਰੀ ਪਤਨੀ ਉੱਥੇ ਹੀ ਬੈਠ ਗਈ ਤੇ ਕਹਿਣ ਲੱਗੀ, ਇਹ ਕਿੱਦਾਂ ਹੋ ਸਕਦਾ ਆ? ਇਹ ਸਾਰੇ ਕੱਪੜੇ ਮੇਰੇ ਪਸੰਦੀਦਾ ਆ। ਮੈਂ ਇਹ ਵਾਪਸ ਨਹੀਂ ਕਰੂੰਗੀ। ਤੁਸੀਂ ਇਹ ਬਿੱਲ ਦੇ ਦੇਵੋ, ਨਹੀਂ ਤਾਂ ਮੈਂ ਇੱਥੇ ਹੀ ਰਵਾਂਗੀ, ਇੱਥੋਂ ਨਹੀਂ ਜਾਵਾਂਗੀ। ਇਹ ਗੱਲ ਸੁਣ ਕੇ ਮੈਨੂੰ ਆਪਣੀ ਪਤਨੀ 'ਤੇ ਬਹੁਤ ਹੈਰਾਨੀ ਹੋਈ। ਮੈਂ ਉਸ ਨੂੰ ਕਿਹਾ ਕਿ ਤੈਨੂੰ ਕੀ ਹੋ ਗਿਆ ਹੈ? ਪਹਿਲਾਂ ਤਾਂ ਤੂੰ ਇੰਨੀ ਜਿੱਦੀ ਨਹੀਂ ਸੀ। ਉਹ ਕਹਿਣ ਲੱਗੀ, ਨਹੀਂ, ਮੈਂ ਇਹੀ ਕੱਪੜੇ ਪਹਿਨਾਂਗੀ ਤੇ ਇਹ ਮੇਰੀ ਪਸੰਦ ਦੇ ਕੱਪੜੇ ਨੇ। ਮੈਂ ਆਪਣੀਆਂ ਭੈਣਾਂ ਲਈ ਵੀ ਸੂਟ ਲਏ ਨੇ। ਇਹ ਗੱਲ ਸੁਣ ਕੇ ਮੈਨੂੰ ਆਪਣੀ ਪਤਨੀ 'ਤੇ ਬਹੁਤ ਹੀ ਜ਼ਿਆਦਾ ਗੁੱਸਾ ਆਉਣ ਲੱਗਾ। ਮੈਂ ਆਪਣੀ ਪਤਨੀ ਨੂੰ ਬਾਂਹ ਤੋਂ ਫੜ ਕੇ ਉਠਾਉਣ ਦੀ ਕੋਸ਼ਿਸ਼ ਕੀਤੀ ਕਿ ਚੱਲ ਘਰ ਚੱਲਦੇ ਹਾਂ, ਪਰ ਮੇਰੀ ਪਤਨੀ ਨਹੀਂ ਮੰਨੀ। ਉਹ ਕਹਿਣ ਲੱਗੀ, ਤੂੰ ਇਸ ਤਰ੍ਹਾਂ ਮੇਰੇ ਨਾਲ ਜ਼ਬਰਦਸਤੀ ਨਹੀਂ ਕਰ ਸਕਦਾ। ਇਹ ਕੱਪੜੇ ਮੈਨੂੰ ਖਰੀਦ ਕੇ ਦੇ, ਨਹੀਂ ਤਾਂ ਮੈਂ ਇੱਥੋਂ ਨਹੀਂ ਜਾਵਾਂਗੀ। ਦੁਕਾਨਦਾਰ ਤਾਂ ਸਾਡੀ ਲੜਾਈ ਦਾ ਬਹੁਤ ਮਜ਼ੇ ਨਾਲ ਨਜ਼ਾਰਾ ਲੈ ਰਹੇ ਸੀ। ਇਹ ਵੇਖ ਕੇ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ। ਮੈਂ ਉਸ ਨੂੰ ਕਿਹਾ ਕਿ ਚੱਲ ਘਰ ਚੱਲ, ਪਰ ਉਹ ਨਾ ਮੰਨੀ। ਉਸ ਨੇ ਉੱਥੇ ਹੀ ਤਮਾਸ਼ਾ ਸ਼ੁਰੂ ਕਰ ਦਿੱਤਾ। ਉਹ ਕਹਿਣ ਲੱਗੀ, ਅੱਜ ਤੱਕ ਮੈਂ ਤੈਥੋਂ ਮੰਗਿਆ ਕੀ ਹੈ? ਇਹ ਕੱਪੜੇ ਹੀ ਤਾਂ ਮੰਗੇ ਨੇ, ਇਹ ਵੀ ਤੈਥੋਂ ਲੈ ਕੇ ਨਹੀਂ ਦਿੱਤੇ ਜਾਂਦੇ। ਤੂੰ ਕੁਝ ਨਹੀਂ ਕਰ ਸਕਦਾ। ਪਤਨੀ ਦੀ ਬਦਤਮੀਜੀ ਮੈਥੋਂ ਬਰਦਾਸ਼ਤ ਨਾ ਹੋਈ। ਮੈਂ ਉਸ ਦੇ ਇੱਕ ਜ਼ੋਰਦਾਰ ਥੱਪੜ ਮਾਰਿਆ ਤੇ ਉਸ ਨੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਸਾਰੇ ਬਾਜ਼ਾਰ ਵਿੱਚ ਤਮਾਸ਼ਾ ਬਣਾ ਦਿੱਤਾ। ਜੇਕਰ ਉਹਨੂੰ ਮੈਂ ਇੱਥੋਂ ਘੜੀਸ ਕੇ ਖੜਦਾ ਤਾਂ ਵੀ ਬਹੁਤ ਤਮਾਸ਼ਾ ਲੱਗਣਾ ਸੀ। ਹੁਣ ਮੇਰੇ ਗੁੱਸੇ ਦਾ ਅੰਤ ਹੋ ਗਿਆ ਸੀ। ਗੁੱਸੇ ਵਿੱਚ ਮੈਂ ਉਸ ਨੂੰ ਤਲਾਕ ਦੇ ਦਿੱਤਾ। ਮੇਰੀ ਪਤਨੀ ਜਿੱਥੇ ਖੜੀ ਸੀ ਉੱਥੇ ਹੀ ਸੁੰਨ ਹੋ ਗਈ। ਮੈਂ ਵੀ ਫਟੀਆਂ ਅੱਖਾਂ ਨਾਲ ਉਸ ਨੂੰ ਵੇਖਣ ਲੱਗਾ। ਮੈਂ ਉਸ ਨੂੰ ਤਲਾਕ ਦੇ ਚੁੱਕਾ ਸੀ। ਸਾਡਾ ਇੰਨਾ ਮਜ਼ਬੂਤ ਰਿਸ਼ਤਾ 1 ਮਿੰਟ ਵਿੱਚ ਖਤਮ ਹੋ ਗਿਆ ਸੀ। ਉਹ ਬਹੁਤ ਹੈਰਾਨ ਸੀ ਕਿ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ, ਪਰ ਮੈਂ ਉਸ ਨੂੰ ਤਲਾਕ ਦੇ ਚੁੱਕਾ ਸੀ। ਹੁਣ ਸਾਡਾ ਤਲਾਕ ਹੋ ਚੁੱਕਿਆ ਸੀ। ਮੇਰਾ ਸਰੀਰ ਪੂਰੀ ਤਰ੍ਹਾਂ ਕੰਬ ਰਿਹਾ ਸੀ। ਉਹ ਰੋ ਰਹੀ ਸੀ ਤੇ ਉਹ ਕਹਿਣ ਲੱਗੀ, ਹੁਣ ਤੇਰਾ ਮੇਰੇ 'ਤੇ ਕੋਈ ਹੱਕ ਨਹੀਂ। ਮੈਨੂੰ ਮੇਰੇ ਮਾਂ-ਪਿਓ ਦੇ ਘਰ ਜਾਣਾ ਹੋਵੇਗਾ। ਮੈਂ ਉਸ ਨੂੰ ਕਿਹਾ ਕਿ ਜੋ ਵੀ ਹੋਇਆ ਸਾਡੇ ਦੋਹਾਂ ਦਾ ਕਰਕੇ ਹੋਇਆ ਹੈ। ਹੁਣ ਸਾਨੂੰ ਘਰ ਜਾਣਾ ਚਾਹੀਦਾ ਹੈ।
ਇਸ ਤਰ੍ਹਾਂ ਬਾਜ਼ਾਰ ਦੇ ਵਿੱਚ ਤਮਾਸ਼ਾ ਨਹੀਂ ਬਣਾਉਣਾ ਚਾਹੀਦਾ। ਹੁਣ ਸਾਰੇ ਬਾਜ਼ਾਰ ਵਿੱਚ ਪਤਾ ਲੱਗ ਗਿਆ ਸੀ ਕਿ ਇੱਕ ਆਦਮੀ ਨੇ ਕੱਪੜਿਆਂ ਦੀ ਵਜ੍ਹਾ ਨਾਲ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਹੈ। ਹੁਣ ਇਹ ਗੱਲ ਛੁਪੀ ਨਹੀਂ ਰਹੀ ਸੀ। ਅਗਰ ਇਹ ਤਲਾਕ ਘਰ ਦੇ ਅੰਦਰ ਹੁੰਦਾ ਤਾਂ ਹੋਰ ਗੱਲ ਸੀ, ਪਰ ਇਹ ਤਲਾਕ ਤਾਂ ਸ਼ਰੇਆਮ ਬਾਜ਼ਾਰ ਵਿੱਚ ਹੋਇਆ ਸੀ। ਮੈਂ ਉਸ ਨੂੰ ਬਹੁਤ ਮੁਸ਼ਕਲ ਨਾਲ ਮਨਾਇਆ ਅਤੇ ਅਸੀਂ ਦੋਵੇਂ ਗੱਡੀ ਵਿੱਚ ਬੈਠ ਗਏ। ਸਾਡੀਆਂ ਦੋਹਾਂ ਦੀਆਂ ਅੱਖਾਂ ਵਿੱਚ ਅਥਰੂ ਸੀ। ਅਸੀਂ ਪਤਾ ਨਹੀਂ ਕਿਸ ਤਰ੍ਹਾਂ ਘਰ ਪਹੁੰਚੇ। ਜਦੋਂ ਘਰ ਪਹੁੰਚੇ ਤਾਂ ਮੇਰੀ ਪਤਨੀ ਨੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ। ਉਹ ਬਹੁਤ ਜ਼ੋਰ ਨਾਲ ਰੋ ਰਹੀ ਸੀ। ਮੈਂ ਉਸ ਨੂੰ ਤਸੱਲੀ ਵੀ ਨਹੀਂ ਦੇ ਪਾ ਰਿਹਾ ਸੀ। ਪਤਾ ਨਹੀਂ ਸਾਡਾ ਇੰਨਾ ਮਜ਼ਬੂਤ ਰਿਸ਼ਤਾ ਇੱਕ ਪਲ ਵਿੱਚ ਖਤਮ ਹੋ ਗਿਆ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਹੁਣ ਕੀ ਕਰਾਂ। ਸਾਡੇ ਦੋਹਾਂ ਵਿੱਚ ਬਹੁਤ ਪਿਆਰ ਸੀ। ਸਾਡਾ ਦੋਵਾਂ ਦਾ ਤਮਾਸ਼ਾ ਪੂਰੀ ਤਰ੍ਹਾਂ ਲੱਗ ਚੁੱਕਿਆ ਸੀ। ਮੈਂ ਇਹ ਗੱਲ ਸਹੁਰੇ ਵਾਲਿਆਂ ਨੂੰ ਨਹੀਂ ਦੱਸੀ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਸਾਡੇ ਵਿੱਚ ਕੋਈ ਤੀਜਾ ਇਨਸਾਨ ਆਵੇ ਅਤੇ ਅਸੀਂ ਇੱਕ ਵਾਰ ਫਿਰ ਤੋਂ ਇੱਕ ਦੂਜੇ ਤੋਂ ਦੂਰ ਹੋ ਜਾਈਏ। ਸਾਡਾ ਵਿਆਹ ਆਪਣੀ ਪਸੰਦ ਦਾ ਵਿਆਹ ਸੀ। ਜੇ ਸਹੁਰੇ ਵਾਲਿਆਂ ਨੂੰ ਪਤਾ ਲੱਗਦਾ ਤਾਂ ਉਹ ਕੀ ਸੋਚਦੇ ਕਿ ਕਿੱਦਾਂ ਦਾ ਇਨਸਾਨ ਹੈ ਜਿਸ ਤੋਂ ਇੱਕ ਰਿਸ਼ਤਾ ਨਾ ਨਿਭਾਇਆ ਗਿਆ। ਸਵੇਰ ਹੁੰਦਿਆਂ ਹੀ ਮੇਰੀ ਪਤਨੀ ਦਰਵਾਜ਼ੇ 'ਤੇ ਖੜੀ ਸੀ। ਉਹਦੇ ਹੱਥ ਵਿੱਚ ਇੱਕ ਬਹੁਤ ਵੱਡਾ ਲਿਫਾਫਾ ਸੀ। ਮੈਂ ਪੁੱਛਿਆ, ਇਹ ਕੀ ਹੈ? ਤਾਂ ਉਹ ਕਹਿਣ ਲੱਗੀ ਕਿ ਕੱਲ੍ਹ ਆਪਾਂ ਆਪਣੀ ਲੜਾਈ ਵਿੱਚ ਇਹ ਤਾਂ ਭੁੱਲ ਹੀ ਗਏ ਕਿ ਦੁਕਾਨਦਾਰ ਨੂੰ 20,000 ਰੁਪਏ ਦੇਣੇ ਨੇ। ਮੈਂ ਕੱਪੜੇ ਲੈ ਕੇ ਘਰ ਆ ਗਈ। ਉਹ ਦੁਕਾਨਦਾਰ ਸਾਡੇ ਬਾਰੇ ਕੀ ਸੋਚਦਾ ਹੋਵੇਗਾ? ਉਹ ਤਾਂ ਇਹੀ ਸੋਚਦਾ ਹੋਵੇਗਾ ਕਿ ਇਹ ਦੋਵੇਂ ਫਰਾਡ ਸੀ। ਇਹਨਾਂ ਨੇ ਤਲਾਕ ਦਾ ਡਰਾਮਾ ਕੀਤਾ, ਲੜਾਈ ਦਾ ਡਰਾਮਾ ਕੀਤਾ ਅਤੇ ਮੈਨੂੰ ਲੁੱਟ ਕੇ ਚਲੇ ਗਏ। ਮੈਂ ਉਹ ਲਿਫਾਫਾ ਫੜ ਕੇ ਕੱਪੜੇ ਵੇਖਣ ਲੱਗਾ। ਮੈਂ ਉਸ ਨੂੰ ਕਿਹਾ ਕਿ ਇਹ ਉਹੀ ਕੱਪੜੇ ਨੇ ਜਿਸ ਦੀ ਵਜ੍ਹਾ ਨਾਲ ਸਾਡੇ ਵਿੱਚ ਤਲਾਕ ਹੋਇਆ ਹੈ। ਸਾਡਾ ਇੰਨਾ ਤਮਾਸ਼ਾ ਲੱਗਾ ਆ, ਦਿਲ ਤਾਂ ਕਰਦਾ ਆ ਇਹਨਾਂ ਨੂੰ ਅੱਗ ਲਗਾ ਦੇਵਾਂ। ਫਿਰ ਮੇਰੀ ਪਤਨੀ ਕਹਿਣ ਲੱਗੀ ਕਿ ਹਾਂ ਇਹ ਤਾਂ ਹੈ, ਇਹ ਕੱਪੜੇ ਫੜੋ ਅਤੇ ਉਸ ਦੁਕਾਨ 'ਤੇ ਵਾਪਸ ਕਰ ਆਓ। ਪਰ ਮੇਰੇ ਲਈ ਉਸ ਦੁਕਾਨ 'ਤੇ ਵਾਪਸ ਜਾਣਾ ਬਹੁਤ ਹੀ ਮੁਸ਼ਕਲ ਸੀ। ਮੈਂ ਸ਼ਰਮਿੰਦਾ ਹੋਇਆ ਉਸ ਦੁਕਾਨ 'ਤੇ ਉਹ ਕੱਪੜੇ ਲੈ ਕੇ ਪਹੁੰਚ ਗਿਆ ਅਤੇ ਉਸ ਦੁਕਾਨਦਾਰ ਨੂੰ ਕਿਹਾ ਕਿ ਮੇਰੇ ਕੋਲ ਪੈਸੇ ਕੱਲ੍ਹ ਵੀ ਨਹੀਂ ਸੀ ਅਤੇ ਪੈਸੇ ਅੱਜ ਵੀ ਨਹੀਂ ਹਨ। ਤੂੰ ਇਹ ਕੱਪੜੇ ਰੱਖ ਲਾ। ਇਹਨਾਂ ਕੱਪੜਿਆਂ ਦੀ ਵਜ੍ਹਾ ਨਾਲ ਹੀ ਸਾਡੇ ਪਤਨੀ ਵਿੱਚ ਤਲਾਕ ਹੋਇਆ ਹੈ। ਇਹ ਗੱਲ ਸੁਣ ਕੇ ਦੁਕਾਨਦਾਰ ਨੇ ਮੈਨੂੰ ਕਿਹਾ ਕਿ ਤੂੰ ਪਰੇਸ਼ਾਨ ਨਾ ਹੋ, ਮੈਂ ਤੇਰਾ ਦਰਦ ਸਮਝ ਸਕਦਾ ਹਾਂ, ਪਰ ਹੁਣ ਕੀ ਕਰ ਸਕਦੇ ਹਾਂ। ਤੂੰ ਬੈਠ, ਚਾਹ ਪਾਣੀ ਪੀ ਕੇ ਜਾਈਂ। ਮੈਨੂੰ ਉਸ ਦੁਕਾਨਦਾਰ 'ਤੇ ਬਹੁਤ ਗੁੱਸਾ ਆ ਰਿਹਾ ਸੀ, ਪਰ ਕੀ ਕਰ ਸਕਦਾ ਸੀ। ਘਰ ਵੀ ਜਾਣ ਨੂੰ ਦਿਲ ਨਹੀਂ ਸੀ ਕਰ ਰਿਹਾ ਕਿਉਂਕਿ ਘਰ ਵੀ ਇੱਕ ਅਜੀਬ ਜਿਹਾ ਸन्नाटा ਛਾਇਆ ਹੋਇਆ ਸੀ। ਉਹ ਆਦਮੀ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਇਹ ਸਭ ਦਾ ਹੱਲ ਦੱਸ ਸਕਦਾ ਹਾਂ ਕਿ ਤਲਾਕ ਤੋਂ ਬਾਅਦ ਪਤੀ ਪਤਨੀ ਇਕੱਠੇ ਕਿਵੇਂ ਰਹਿ ਸਕਦੇ ਨੇ। ਇਹ ਗੱਲ ਸੁਣ ਕੇ ਮੈਂ ਹੈਰਾਨੀ ਨਾਲ ਉਸ ਵੱਲ ਵੇਖਿਆ ਅਤੇ ਖਾਮੋਸ਼ੀ ਨਾਲ ਉਸ ਦੀ ਗੱਲ ਸੁਣਨ ਲੱਗਾ। ਕੱਲ੍ਹ ਤੱਕ ਜੋ ਵੀ ਮੇਰੇ ਮਨ ਵਿੱਚ ਉਸ ਆਦਮੀ ਲਈ ਗੁੱਸਾ ਸੀ, ਸਾਰਾ ਉਤਰ ਚੁੱਕਿਆ ਸੀ। ਮੈਂ ਉਸ ਨੂੰ ਕਿਹਾ ਕਿ ਇਸ ਤਰ੍ਹਾਂ ਹੋ ਸਕਦਾ ਹੈ ਕਿ ਤਲਾਕ ਤੋਂ ਬਾਅਦ ਪਤੀ ਪਤਨੀ ਇਕੱਠੇ ਰਹਿ ਸਕਦੇ ਨੇ। ਮੈਨੂੰ ਤਾਂ ਬਸ ਇਹੀ ਪਤਾ ਹੈ ਕਿ ਜਦੋਂ ਪਤੀ ਪਤਨੀ ਦਾ ਤਲਾਕ ਹੋ ਜਾਂਦਾ ਹੈ ਤਾਂ ਉਹ ਇਕੱਠੇ ਨਹੀਂ ਰਹਿ ਸਕਦੇ। ਉਹ ਕਹਿਣ ਲੱਗਾ ਕਿ ਹਾਂ, ਜੇਕਰ ਤੇਰੀ ਪਤਨੀ ਕਿਸੇ ਹੋਰ ਨਾਲ ਵਿਆਹ ਕਰਕੇ ਫਿਰ ਉਸ ਨੂੰ ਤਲਾਕ ਦੇ ਦੇਵੇ ਤਾਂ ਉਹ ਫਿਰ ਤੋਂ ਤੇਰੇ ਨਾਲ ਵਿਆਹ ਕਰਵਾ ਸਕਦੀ ਹੈ। ਮੈਂ ਉਸ ਨੂੰ ਕਿਹਾ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਮੈਂ ਆਪਣੀ ਪਤਨੀ ਨੂੰ ਕਿਸੇ ਹੋਰ ਨਾਲ ਨਹੀਂ ਵੇਖ ਸਕਦਾ, ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਤਾਂ ਉਹ ਕਹਿਣ ਲੱਗਾ ਕਿ ਜੇ ਤੂੰ ਇਹ ਨਹੀਂ ਕਰ ਸਕਦਾ ਤਾਂ ਫਿਰ ਹੋਰ ਕੁਝ ਹੋ ਜਾਵੇਗਾ। ਕਦੋਂ ਤੱਕ ਤੂੰ ਆਪਣੀ ਪਤਨੀ ਨੂੰ ਵਿਆਹ ਤੋਂ ਬਿਨਾਂ ਰੱਖੇਂਗਾ? ਉਹ ਕਹਿਣ ਲੱਗਾ ਕਿ ਕਦੋਂ ਤੱਕ ਇਹ ਗੱਲ ਲੁਕੋ ਕੇ ਰੱਖੇਂਗਾ? ਇਹ ਗੱਲ ਇੱਕ ਦਿਨ ਤੇਰੇ ਖਾਨਦਾਨ ਵਿੱਚ ਪਤਾ ਲੱਗ ਹੀ ਜਾਵੇਗੀ। ਫਿਰ ਤੋਂ ਹਮੇਸ਼ਾ ਲਈ ਇਹ ਆਪਣੀ ਪਤਨੀ ਤੋਂ ਦੂਰ ਹੋ ਜਾਵੇਂਗਾ। ਤੈਨੂੰ ਖੁਦ ਹੀ ਆਪਣੀ ਪਤਨੀ ਦਾ ਕਿਸੇ ਹੋਰ ਨਾਲ ਵਿਆਹ ਕਰਨਾ ਪਵੇਗਾ ਜੇਕਰ ਤੂੰ ਇਸ ਤਰ੍ਹਾਂ ਨਹੀਂ ਕਰਦਾ। ਉਹ ਕਹਿਣ ਲੱਗਾ ਕਿ ਜੇਕਰ ਉਸਦੇ ਪੇਕੇ ਘਰ ਪਤਾ ਲੱਗ ਗਿਆ ਤਾਂ ਉਹ ਉਸ ਦਾ ਵਿਆਹ ਆਪ ਹੀ ਕਰ ਦੇਣਗੇ। ਫਿਰ ਤੋਂ ਹਮੇਸ਼ਾ ਲਈ ਆਪਣੀ ਪਤਨੀ ਤੋਂ ਦੂਰ ਹੋ ਜਾਵੇਂਗਾ। ਉਹਦੀ ਇਹ ਗੱਲ ਸੁਣ ਕੇ ਮੈਨੂੰ ਲੱਗਾ ਕਿ ਕਹਿ ਤਾਂ ਇਹ ਸਹੀ ਰਿਹਾ ਹੈ। ਮੈਂ ਉਸ ਨੂੰ ਕਿਹਾ ਕਿ ਹਾਂ, ਮੈਂ ਆਪਣੀ ਪਤਨੀ ਲਈ ਇਹ ਕੌੜਾ ਘੁੱਟ ਵੀ ਭਰ ਲਵਾਂਗਾ, ਪਰ ਉਹਦੇ ਲਈ ਪਹਿਲਾਂ ਮੈਨੂੰ ਇੱਕ ਭਰੋਸੇ ਲਾਇਕ ਆਦਮੀ ਲੱਭਣਾ ਪਊਗਾ ਜਿਸ 'ਤੇ ਮੈਂ ਭਰੋਸਾ ਕਰ ਸਕਾਂ ਕਿ ਉਹ ਮੇਰੀ ਪਤਨੀ ਨੂੰ ਦੁਬਾਰਾ ਮੈਨੂੰ ਲੁਟਾ ਦੇਵੇਗਾ। ਉਹ ਦੁਕਾਨਦਾਰ ਕਹਿਣ ਲੱਗਾ ਕਿ ਜੇਕਰ ਤੂੰ ਬੁਰਾ ਨਾ ਮੰਨੇ ਤਾਂ ਮੈਂ ਤੈਨੂੰ ਸਲਾਹ ਦੇਣਾ ਚਾਹੁੰਦਾ ਹਾਂ। ਤੂੰ ਮੇਰੇ ਭਰਾਵਾਂ ਵਰਗਾ ਆ। ਉਹ ਆਦਮੀ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇਸ ਤਰ੍ਹਾਂ ਗੱਲ ਕਰਨ ਲੱਗਾ ਜਿਸ ਤਰ੍ਹਾਂ ਉਹ ਸੱਚੀ ਮੇਰਾ ਸਕਾ ਭਰਾ ਹੋਵੇ। ਉਹ ਕਹਿਣ ਲੱਗਾ ਕਿ ਇਸ ਵਿਆਹ ਲਈ ਮੈਂ ਆਪਣੇ ਆਪ ਨੂੰ ਤੇਰੇ ਅੱਗੇ ਪੇਸ਼ ਕਰਦਾ ਹਾਂ। ਇਹ ਇੱਕ ਪਲ ਦੇ ਲਈ ਤਾਂ ਮੈਨੂੰ ਉਸ ਦੁਕਾਨਦਾਰ 'ਤੇ ਸ਼ੱਕ ਹੋਇਆ, ਪਰ ਅਗਲੇ ਹੀ ਪਲ ਜੋ ਗੱਲ ਉਸਨੇ ਕਹੀ ਉਹ ਸੁਣ ਕੇ ਮੈਨੂੰ ਉਸਦੇ ਉੱਤੇ ਯਕੀਨ ਹੋ ਗਿਆ।
ਉਹ ਕਹਿਣ ਲੱਗਾ ਕਿ ਤੂੰ ਮੇਰੀ ਮਾਂ ਨਾਲ ਗੱਲ ਕਰ ਸਕਦਾ ਹੈ। ਉਹ ਘਰ ਵਿੱਚ ਬਿਸਤਰੇ 'ਤੇ ਪਈ ਹੈ। ਉਹ ਬਹੁਤ ਹੀ ਬਿਮਾਰ ਹੈ ਅਤੇ ਹਜੇ ਤੱਕ ਮੇਰਾ ਵਿਆਹ ਨਹੀਂ ਹੋਇਆ। ਡਾਕਟਰ ਨੇ ਕਿਹਾ ਹੈ ਕਿ ਇਹ ਬਸ 15-20 ਦਿਨ ਹੀ ਜਿੰਦਾ ਰਹੇਗੀ। ਮੇਰੀ ਮਾਂ ਦੀ ਆਖਰੀ ਖੁਆਇਸ਼ ਇਹੀ ਹੈ ਕਿ ਮੈਂ ਵਿਆਹ ਕਰ ਲਵਾਂ, ਪਰ ਮੈਂ ਹਜੇ ਇਸ ਵਿਆਹ ਵਾਲੇ ਝੰਜਟ ਵਿੱਚ ਨਹੀਂ ਪੈਣਾ ਚਾਹੁੰਦਾ। ਮੈਂ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ ਹਾਂ, ਪਰ ਹਜੇ ਉਸ ਦੇ ਘਰ ਵਾਲੇ ਨਹੀਂ ਮੰਨ ਰਹੇ। ਮੇਰੀ ਬਿਮਾਰ ਮਾਂ ਨੂੰ ਵੇਖ ਕੇ ਤਾਂ ਉਹ ਹਰਗਿਜ਼ ਵੀ ਨਹੀਂ ਮੰਨਣਗੇ। ਵੈਸੇ ਵੀ ਜੇ ਉਹ ਮੰਨਣਗੇ ਵੀ ਤਾਂ 1 ਸਾਲ ਲੱਗ ਜਾਊਗਾ। ਜੇਕਰ ਮੈਂ ਤੇਰੀ ਪਤਨੀ ਨਾਲ ਵਿਆਹ ਕਰ ਲੈਂਦਾ ਹਾਂ ਤਾਂ ਮੇਰੀ ਮਾਂ ਨੂੰ ਲੱਗੇਗਾ ਕਿ ਮੈਂ ਉਹਨਾਂ ਦੀ ਆਖਰੀ ਖੁਆਇਸ਼ ਪੂਰੀ ਕਰ ਦਿੱਤੀ ਹੈ। ਉਹ ਕਹਿਣ ਲੱਗਾ ਕਿ ਮੈਨੂੰ ਮੇਰੀ ਮਾਂ ਦੀ ਕਸਮ, ਮੈਂ ਝੂਠ ਨਹੀਂ ਬੋਲ ਰਿਹਾ। ਉਸ ਆਦਮੀ ਦੀ ਇਹ ਗੱਲ ਸੁਣ ਕੇ ਮੈਨੂੰ ਲੱਗਾ ਕਿ ਇਹ ਆਦਮੀ ਨੇ ਮੇਰੀ ਮੁਸ਼ਕਿਲ ਆਸਾਨ ਕਰ ਦਿੱਤੀ ਹੈ। ਉਹ ਕਿਸੇ ਹੋਰ ਨੂੰ ਪਸੰਦ ਕਰਦਾ ਹੈ। ਉਹ ਬਸ ਆਪਣੀ ਮਾਂ ਨੂੰ ਵਿਖਾਉਣ ਲਈ ਹੀ ਇਹ ਵਿਆਹ ਕਰਨਾ ਚਾਹੁੰਦਾ ਹੈ। ਤਾਂ ਇਸ ਵਿੱਚ ਗਲਤ ਵੀ ਕੀ ਹੈ? ਮੈਂ ਦਿਲ ਵਿੱਚ ਸੋਚਿਆ ਕਿ ਭਰਾ ਤੇਰੀ ਗੱਲ ਤਾਂ ਸਹੀ ਹੈ। ਮੈਂ ਉਸ ਨੂੰ ਕਿਹਾ ਕਿ ਇਸ ਵਿਆਹ ਬਾਰੇ ਕਿਸੇ ਨੂੰ ਪਤਾ ਤਾਂ ਨਹੀਂ ਲੱਗੇਗਾ। ਜੇਕਰ ਉਸ ਦੇ ਪੇਕੇ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਉਹ ਮੇਰੀ ਪਤਨੀ ਨੂੰ ਦੁਬਾਰਾ ਮੇਰੇ ਕੋਲ ਨਹੀਂ ਭੇਜਣਗੇ। ਮੈਂ ਸੋਚਿਆ ਕਿ ਉਹਨਾਂ ਨੂੰ ਪਤਾ ਚੱਲਣ ਤੋਂ ਪਹਿਲਾਂ ਮੈਂ ਆਪਣੀ ਪਤਨੀ ਨੂੰ ਵਾਪਸ ਲੈ ਆਊਂਗਾ। ਜੇਕਰ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹ ਮੇਰੀ ਪਤਨੀ ਨੂੰ ਹਮੇਸ਼ਾ ਲਈ ਮੇਰੇ ਤੋਂ ਦੂਰ ਕਰ ਦੇਣਗੇ। ਉਹ ਕਹਿਣ ਲੱਗਾ ਕਿ ਠੀਕ ਹੈ, ਮੈਂ ਬਿਲਕੁਲ ਇਸ ਤਰ੍ਹਾਂ ਹੀ ਕਰੂੰਗਾ। ਤੂੰ ਆਪਣੀ ਪਤਨੀ ਨੂੰ ਲੈ ਜਾਈਂ। ਮੇਰੀ ਮਾਂ ਵਿਚਾਰੀ ਬਿਮਾਰ, ਪਤਾ ਨਹੀਂ ਕਦੋਂ ਰੱਬ ਨੂੰ ਪਿਆਰੀ ਹੋ ਜਾਵੇ, ਇਹ ਮੈਂ ਨਹੀਂ ਜਾਣਦਾ। ਤਾਂ ਬਸ ਉਸ ਦੀ ਆਖਰੀ ਖੁਆਇਸ਼ ਪੂਰੀ ਕਰਨਾ ਚਾਹੁੰਦਾ ਹਾਂ। ਇੰਨੇ ਘੱਟ ਟਾਈਮ ਵਿੱਚ ਕੋਈ ਵੀ ਆਪਣੀ ਧੀ ਮੈਨੂੰ ਨਹੀਂ ਦੇਵੇਗਾ, ਉਹ ਵੀ ਇਸ ਲਈ ਕਿ ਮੈਂ ਆਪਣੀ ਮਾਂ ਦੀ ਆਖਰੀ ਖੁਆਇਸ਼ ਪੂਰੀ ਕਰਨਾ ਚਾਹੁੰਦਾ ਹਾਂ। ਤੂੰ ਸਮਝ ਗਿਆ ਹੈ ਨਾ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ? ਉਸ ਆਦਮੀ ਦੀਆਂ ਗੱਲਾਂ ਸੁਣ ਕੇ ਮੈਨੂੰ ਉਸ ਉੱਤੇ ਪੂਰੀ ਤਰ੍ਹਾਂ ਯਕੀਨ ਹੋ ਗਿਆ। ਮੈਂ ਸੋਚ ਲਿਆ ਕਿ ਹੁਣ ਮੈਂ ਆਪਣੀ ਪਤਨੀ ਦਾ ਵਿਆਹ ਇਸੇ ਹੀ ਆਦਮੀ ਨਾਲ ਕਰਵਾਵਾਂਗਾ। ਕਮ ਸੇ ਕਮ ਮੈਂ ਆਪਣੀ ਪਤਨੀ ਨੂੰ ਦੁਬਾਰਾ ਹਾਸਲ ਤੇ ਕਰ ਸਕੂੰਗਾ। ਦੁਕਾਨਦਾਰ ਨੇ ਮੈਨੂੰ ਭਰੋਸਾ ਦਿਲਾਇਆ। ਉਹ ਪਹਿਲਾਂ ਹੀ ਮੇਰੀ ਪਤਨੀ ਨੂੰ ਤਲਾਕ ਦੇ ਦੇਵੇਗਾ ਅਤੇ ਆਪਣੀ ਮਾਂ ਨੂੰ ਕਹਿ ਦੇਵੇਗਾ ਕਿ ਉਹ ਆਪਣੇ ਪੇਕੇ ਗਈ ਹੈ ਆਪਣੇ ਮਾਂ ਪਿਓ ਨੂੰ ਮਿਲਣ। ਮੈਨੂੰ ਉਸ ਆਦਮੀ ਦੀ ਗੱਲ ਬਿਲਕੁਲ ਠੀਕ ਲੱਗੀ। ਫਿਰ ਮੈਂ ਆਪਣੇ ਘਰ ਚਲਾ ਗਿਆ। ਮੇਰੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਮੈਨੂੰ ਬੁਲਾਏ ਬਿਨਾਂ ਹੀ ਉਹ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਉਸ ਦੇ ਪਿੱਛੇ ਹੀ ਚਲਾ ਗਿਆ ਅਤੇ ਉਸ ਕੋਲੋਂ ਮਾਫ਼ੀ ਮੰਗਣ ਲੱਗਾ। ਮੈਂ ਉਸ ਨੂੰ ਕਿਹਾ ਕਿ ਤੇਰੇ ਲਈ ਇੱਕ ਖੁਸ਼ਖਬਰੀ ਹੈ। ਉਸਨੇ ਬੜੀ ਹੈਰਾਨੀ ਨਾਲ ਮੈਨੂੰ ਵੇਖਿਆ ਅਤੇ ਕਹਿਣ ਲੱਗੀ ਕਿ ਮੈਂ ਆਪਣਾ ਤਲਾਕ ਹੋ ਗਿਆ ਹੈ ਅਤੇ ਤੈਨੂੰ ਖੁਸ਼ਖਬਰੀ ਸੁੱਝ ਰਹੀ ਹੈ। ਮੈਂ ਉਸ ਨੂੰ ਕਿਹਾ ਨਹੀਂ, ਇਹ ਆਪਾਂ ਦੁਬਾਰਾ ਮਿਲ ਸਕਦੇ ਹਾਂ। ਇਸ ਬਾਰੇ ਮੈਂ ਇੱਕ ਆਦਮੀ ਨਾਲ ਗੱਲ ਕੀਤੀ ਹੈ। ਮੇਰੀ ਇਹ ਗੱਲ ਸੁਣ ਕੇ ਮੇਰੀ ਪਤਨੀ ਦੀਆਂ ਅੱਖਾਂ ਵਿੱਚ ਵੀ ਹਲਕੀ ਜਿਹੀ ਚਮਕ ਆ ਗਈ। ਅਗਰ ਤੂੰ ਮੈਨੂੰ ਇਜਾਜ਼ਤ ਦੇਵੇਂ ਤਾਂ ਤੇਰਾ ਵਿਆਹ ਮੈਂ ਇੱਕ ਆਦਮੀ ਨਾਲ ਕਰਵਾ ਦੇਵਾਂਗਾ ਅਤੇ ਉਹ ਨਵੇਂ ਸਾਲ ਤੋਂ ਪਹਿਲਾਂ ਤੈਨੂੰ ਤਲਾਕ ਦੇ ਦੇਵੇਗਾ। ਤਾਂ ਫਿਰ ਆਪਾਂ ਦੋਵਾਂ ਦਾ ਦੁਬਾਰਾ ਵਿਆਹ ਹੋ ਜਾਵੇਗਾ। ਮੇਰੀ ਗੱਲ ਸੁਣ ਕੇ ਉਹ ਰੋਣ ਲੱਗੀ, ਕਹਿਣ ਲੱਗੀ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਮੈਂ ਅੱਜ ਤੱਕ ਤੇਰੇ ਤੋਂ ਇਲਾਵਾ ਕਿਸੇ ਬਾਰੇ ਵੀ ਨਹੀਂ ਸੋਚਿਆ, ਕਿਸੇ ਦਾ ਸਾਇਆ ਵੀ ਆਪਣੇ 'ਤੇ ਪੈਣ ਨਹੀਂ ਦਿੱਤਾ। ਇਹਦੇ ਤੋਂ ਬਿਹਤਰ ਹੈ ਕਿ ਤੂੰ ਮੈਨੂੰ ਜਾਨ ਤੋਂ ਮਾਰ ਦੇ, ਪਰ ਮੇਰਾ ਵਿਆਹ ਕਿਸੇ ਹੋਰ ਨਾਲ ਨਾ ਕਰਵਾ। ਆਪਣੀ ਪਤਨੀ ਦਾ ਪਿਆਰ ਵੇਖ ਕੇ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ। ਉਹ ਬਹੁਤ ਹੀ ਵਫਾਦਾਰ ਸੀ। ਉਹ ਮੇਰੇ ਸਿਵਾ ਹੋਰ ਕਿਸੇ ਬਾਰੇ ਸੋਚ ਵੀ ਨਹੀਂ ਸਕਦੀ ਸੀ, ਪਰ ਉਸ ਟਾਈਮ ਅਸੀਂ ਮਜਬੂਰ ਸੀ। ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰ ਸਕਦੇ ਸੀ। ਬੜੀ ਮੁਸ਼ਕਲ ਨਾਲ ਮੈਂ ਆਪਣੀ ਪਤਨੀ ਨੂੰ ਮਨਾਇਆ ਸੀ, ਪਰ ਉਹ ਬਹੁਤ ਰੋ ਰਹੀ ਸੀ। ਉਹ ਕਹਿਣ ਲੱਗੀ ਤੂੰ ਮੇਰੇ ਪਿਆਰ ਨੂੰ ਜਲੀਲ ਕੀਤਾ ਹੈ। ਮੇਰੀ ਪਤਨੀ ਤੇ ਮੈਂ ਇੱਕ ਦੂਜੇ ਦੇ ਸਾਹਮਣੇ ਬੈਠੇ ਰੋ ਰਹੇ ਸੀ। ਅਗਲੀ ਸਵੇਰ ਮੈਂ ਆਪਣੀ ਪਤਨੀ ਨੂੰ ਲੈ ਕੇ ਦੁਕਾਨਦਾਰ ਦੇ ਕੋਲ ਜਾਣਾ ਸੀ। ਮੇਰੀ ਪਤਨੀ ਵੀ ਤਿਆਰ ਹੋ ਗਈ। ਮੇਰੀ ਪਤਨੀ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ। ਉਹਨੇ ਆਪਣੀ ਪਹਿਚਾਣ ਵੀ ਲੁਕੋਈ ਹੋਈ ਸੀ। ਜਦੋਂ ਅਸੀਂ ਉਸ ਦੁਕਾਨ ਦੇ ਕੋਲ ਪਹੁੰਚੇ ਤਾਂ ਮੈਂ ਉਸ ਨੂੰ ਕਿਹਾ ਕਿ ਮੇਰੀ ਪਤਨੀ ਵਿਆਹ ਲਈ ਰਾਜੀ ਹੋ ਗਈ ਹੈ, ਪਰ ਤੈਨੂੰ ਮੇਰੇ ਨਾਲ ਇੱਕ ਵਾਅਦਾ ਕਰਨਾ ਹੋਵੇਗਾ ਕਿ ਨਵਾਂ ਸਾਲ ਆਉਣ ਤੋਂ ਪਹਿਲਾਂ ਤੂੰ ਇਸ ਨੂੰ ਤਲਾਕ ਦੇ ਦੇਵੇਂਗਾ। ਤੇਰੀ ਮਾਂ ਚਾਹੇ ਠੀਕ ਹੋਵੇ ਜਾਂ ਨਾ ਹੋਵੇ। ਉਸ ਆਦਮੀ ਨੇ ਵਾਅਦਾ ਕੀਤਾ ਕਿ ਮੈਂ ਆਪਣੀ ਮਾਂ ਦੀ ਕਸਮ ਖਾਧੀ। ਫਿਰ ਉਹ ਆਦਮੀ ਸਾਨੂੰ ਲੈ ਕੇ ਇੱਕ ਮੰਦਰ ਵਿੱਚ ਚਲਾ ਗਿਆ। ਮੈਂ ਪਰੇਸ਼ਾਨ ਹੋਇਆ, ਅੱਖਾਂ ਵਿੱਚ ਹੰਝੂ ਲੈ ਕੇ ਬਸ ਇੱਕ ਪਾਸੇ ਬੈਠਾ ਸਭ ਕੁਝ ਵੇਖ ਰਿਹਾ ਸੀ। ਮੇਰੇ ਸਾਹਮਣੇ ਮੇਰੀ ਪਤਨੀ ਕਿਸੇ ਹੋਰ ਦੀ ਹੋਣ ਜਾ ਰਹੀ ਸੀ। ਮੰਦਰ ਤੇ ਬਾਹਰ ਇੱਕ ਗੱਡੀ ਖਲੋਤੀ ਸੀ। ਉਹ ਆਦਮੀ ਮੇਰੀ ਪਤਨੀ ਲੈ ਕੇ ਚਲਾ ਗਿਆ। ਉਹ ਆਦਮੀ ਮੇਰੀ ਪਤਨੀ ਲੈ ਕੇ ਜਾ ਚੁੱਕਿਆ ਸੀ। ਮੇਰੀ ਪਤਨੀ ਮੇਰੀਆਂ ਅੱਖਾਂ ਦੇ ਸਾਹਮਣੇ ਕਿਸੇ ਹੋਰ ਦੀ ਹੋ ਚੁੱਕੀ ਸੀ। ਮੇਰਾ ਦਿਲ ਬਹੁਤ ਹੀ ਜ਼ਿਆਦਾ ਘਬਰਾ ਰਿਹਾ ਸੀ। ਅਜੀਬ ਜਿਹੀ ਬੇਚੈਨੀ ਸੀ। ਅੱਜ ਤੱਕ ਮੇਰੇ ਨਾਲ ਇਸ ਤਰ੍ਹਾਂ ਕਦੇ ਵੀ ਕੁਝ ਵੀ ਨਹੀਂ ਹੋਇਆ। ਕੁਝ ਦਿਨਾਂ ਬਾਅਦ ਮੈਂ ਉਸ ਦੁਕਾਨਦਾਰ ਦੀ ਦੁਕਾਨ 'ਤੇ ਗਿਆ, ਪਰ ਜਦੋਂ ਜਾ ਕੇ ਵੇਖਿਆ ਤਾਂ ਉਹ ਦੁਕਾਨ ਬੰਦ ਸੀ। ਜ਼ਾਹਿਰ ਜਿਹੀ ਗੱਲ ਹੈ ਕਿ ਉਸ ਦਾ ਵੀ ਨਵਾਂ ਵਿਆਹ ਹੋਇਆ ਸੀ। ਫਿਰ ਮੈਂ ਆਪਣੇ ਦਿਲ ਨੂੰ ਤਸੱਲੀ ਦਿੱਤੀ ਅਤੇ ਵਾਪਸ ਆਪਣੇ ਘਰ ਆ ਗਿਆ। ਤਨਹਾਈ ਵੱਧਦੀ ਜਾ ਰਹੀ ਸੀ।
ਮੈਂ ਦਿਨ ਬ ਦਿਨ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗਾ ਸੀ। ਬਹੁਤ ਹੀ ਮੁਸ਼ਕਲ ਨਾਲ ਮੈਂ ਕੁਝ ਦਿਨ ਗੁਜ਼ਾਰੇ। ਫਿਰ ਮੈਂ ਉਸ ਦੁਕਾਨਦਾਰ ਦੀ ਦੁਕਾਨ 'ਤੇ ਗਿਆ। ਮੈਨੂੰ ਉਸ ਦੇ ਨਾਮ ਤੋਂ ਇਲਾਵਾ ਕੁਝ ਹੋਰ ਨਹੀਂ ਪਤਾ ਸੀ। ਉੱਥੇ ਇੱਕ ਆਦਮੀ ਬੈਠਾ ਸੀ। ਉਹ ਮੈਨੂੰ ਪੁੱਛਣ ਲੱਗਾ ਕਿ ਕੀ ਕੰਮ ਹੈ। ਮੈਂ ਉਸਨੂੰ ਸਾਰੀ ਗੱਲ ਦੱਸੀ ਤਾਂ ਉਹ ਹੈਰਾਨ ਹੋ ਗਿਆ ਕਿ ਇਹ ਤੂੰ ਕੀ ਇਹੋ ਜਿਹੀਆਂ ਗੱਲਾਂ ਕਰ ਰਿਹਾ ਹੈ। ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਮੇਰੇ ਮਾਲਕ ਨੇ ਤੇਰੀ ਪਤਨੀ ਨਾਲ ਵਿਆਹ ਕੀਤਾ ਹੋਵੇ। ਉਸ ਆਦਮੀ ਨੇ ਜੋ ਗੱਲ ਮੇਰੇ ਨਾਲ ਕੀਤੀ ਉਹ ਸੁਣ ਕੇ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਉਹ ਕਹਿਣ ਲੱਗਾ ਕਿ ਤੂੰ ਬਿਨਾਂ ਵਜ੍ਹਾ ਮੇਰੇ ਮਾਲਕ 'ਤੇ ਇਲਜ਼ਾਮ ਨਾ ਲਗਾ। ਉਹਦੀ ਮਾਂ ਤਾਂ ਬਿਲਕੁਲ ਠੀਕ ਠਾਕ ਹੈ। ਉਸ ਦੀ ਮਾਂ ਦੀ ਸਿਹਤ ਨੂੰ ਕੁਝ ਵੀ ਨਹੀਂ ਹੋਇਆ। ਉਹ ਚੰਗੀ ਭਲੀ ਹੈ, ਤੰਦਰੁਸਤ ਹੈ। ਇਹ ਸੁਣ ਕੇ ਮੇਰਾ ਦਿਮਾਗ ਬਿਲਕੁਲ ਸੁੰਨ ਹੋ ਚੁੱਕਿਆ ਸੀ। ਕੀ ਉਸ ਆਦਮੀ ਨੇ ਮੇਰੇ ਨਾਲ ਝੂਠ ਬੋਲਿਆ ਸੀ? ਮੈਂ ਬੌਖਲਾ ਗਿਆ ਕਿ ਇਸ ਤਰ੍ਹਾਂ ਇੰਨਾ ਵੱਡਾ ਧੋਖਾ ਮੇਰੇ ਨਾਲ ਕਿਸ ਤਰ੍ਹਾਂ ਹੋ ਸਕਦਾ ਹੈ। ਫਿਰ ਮੈਨੂੰ ਇਹ ਗੱਲ ਆਪਣੇ ਸਸੁਰਾਲ ਵਾਲਿਆਂ ਨੂੰ ਵੀ ਦੱਸਣੀ ਹੀ ਪਈ। ਉਹਨਾਂ ਨੇ ਮੈਨੂੰ ਵੱਖ ਲਾਹਨਤਾਂ ਪਾਈਆਂ। ਜਦੋਂ ਅਸੀਂ ਸਾਰੇ ਉਸ ਆਦਮੀ ਦੇ ਘਰ ਪਹੁੰਚੇ ਤਾਂ ਉੱਥੋਂ ਦਾ ਮੰਜ਼ਰ ਵੇਖ ਕੇ ਹੋਸ਼ ਉੱਡ ਗਏ। ਮੇਰੀ ਪਤਨੀ ਉੱਥੇ ਬਹੁਤ ਖੁਸ਼ ਸੀ। ਉਹ ਕਹਿਣ ਲੱਗੀ ਕਿ ਮੈਂ ਆਪਣੇ ਦੂਜੇ ਪਤੀ ਦੇ ਨਾਲ ਬਹੁਤ ਹੀ ਖੁਸ਼ ਹਾਂ। ਮੈਂ ਇਸ ਤੋਂ ਤਲਾਕ ਨਹੀਂ ਲੈਣਾ ਚਾਹੁੰਦੀ। ਉਸਨੇ ਮੈਨੂੰ ਬਹੁਤ ਹੀ ਪਿਆਰ ਦਿੱਤਾ ਹੈ। ਉਸਨੇ ਮੇਰੀ ਹਰ ਜ਼ਰੂਰਤ ਪੂਰੀ ਕੀਤੀ ਹੈ। ਮੇਰੀ ਮਰਜ਼ੀ ਤੋਂ ਬਿਨਾਂ ਉਸਨੇ ਕੁਝ ਵੀ ਨਹੀਂ ਕੀਤਾ। ਮੇਰੀ ਹਰ ਖੁਆਇਸ਼ ਪੂਰੀ ਕੀਤੀ ਹੈ। ਮੇਰੀ ਬਹੁਤ ਇੱਜ਼ਤ ਕਰਦਾ ਹੈ। ਮੈਂ ਇਹੋ ਜਿਹੇ ਇਨਸਾਨ ਨਾਲ ਨਹੀਂ ਰਹਿ ਸਕਦੀ ਜਿਸ ਨੇ 20,000 ਦੇ ਕੱਪੜਿਆਂ ਪਿੱਛੇ ਮੈਨੂੰ ਤਲਾਕ ਦੇ ਦਿੱਤਾ ਹੋਵੇ। ਕੱਲ੍ਹ ਨੂੰ ਜੇਕਰ ਇਹ ਦੁਬਾਰਾ ਮੈਨੂੰ ਤਲਾਕ ਦੇ ਦੇਵੇਗਾ ਤਾਂ ਫਿਰ ਮੈਂ ਕੀ ਕਰਾਂਗੀ। ਆਪਣੀ ਪਤਨੀ ਦੀਆਂ ਗੱਲਾਂ ਮੇਰੇ ਦਿਲ 'ਤੇ ਤੀਰ ਵਾਂਗ ਲੱਗ ਰਹੀਆਂ ਸੀ। ਮੈਂ ਸੋਚ ਨਹੀਂ ਸਕਦਾ ਸੀ ਕਿ ਮੇਰੀ ਪਤਨੀ ਮੇਰੇ ਨਾਲ ਇਸ ਤਰ੍ਹਾਂ ਕਰੇਗੀ। ਮੈਂ ਆਪਣੀ ਗਲਤੀ 'ਤੇ ਬਹੁਤ ਹੀ ਪਛਤਾ ਰਿਹਾ ਸੀ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।